ओम शांति। ਅੱਜ ਸੁਣਦੇ ਹਾਂ 22 ਮਈ 2022 ਦੇ ਬਾਬਾ ਦੇ ਅਵਿਅਕਤ ਮਹਾਵਾਕ। ਰਿਵਾਈਜ਼ ਕੋਰਸ ਦੀ ਮੁਰਲੀ ਹੈ 13 ਫਰਵਰੀ 1991 ਦੀ। ਮੁਰਲੀ ਦਾ ਸਾਰ ਹੈ, ਵਿਸ਼ਵ ਪਰਿਵਰਤਨ ਵਿੱਚ ਤੇਜ਼ੀ ਲਿਆਉਣ ਦਾ ਸਾਧਨ ਇਕਾਗਰਤਾ ਦੀ ਸ਼ਕਤੀ ਤੇ ਇੱਕ ਰਸ ਸਥਿਤੀ। ਵਿਸ਼ਵ ਪਰਿਵਰਤਨ ਵਿੱਚ ਤੇਜ਼ੀ ਲਿਆਉਣ ਦਾ ਸਾਧਨ ਇਕਾਗਰਤਾ ਦੀ ਸ਼ਕਤੀ ਤੇ ਇੱਕ ਰਸ ਸਥਿਤੀ। ਅੱਜ ਦੂਰਦੇਸ਼ੀ ਬਾਪ ਆਪਣੇ ਦੂਰਦੇਸ਼ੀ ਦੇਸੀ ਬੱਚਿਆਂ ਨੂੰ ਮਿਲਣ ਮੁਬਾਰਕ ਦੇਣ ਆਏ ਨੇ। ਤੁਸੀਂ ਸਾਰੇ ਹੀ ਦੂਰ ਦੇਸ਼ ਤੋਂ ਆਏ ਹੋ ਨਾ। ਬਾਪ ਵੀ ਦੂਰ ਦੇਸ਼ ਤੋਂ ਆਏ ਨੇ। ਬੱਚੇ ਬਾਪ ਨੂੰ ਮੁਬਾਰਕ ਦੇਣ ਆਏ ਨੇ। ਬਾਪ ਬੱਚਿਆਂ ਨੂੰ ਪਦਮ ਗੁਨਾ ਮੁਬਾਰਕ ਦਿੰਦੇ ਨੇ। ਮਨਾਉਣਾ ਤੇ ਸਮਾਨ ਬਣਾਉਣਾ ਦੁਨੀਆ ਵਿੱਚ ਸਿਰਫ ਮਨਾਉਂਦੇ ਨੇ, ਲੇਕਿਨ ਬਾਪ ਮਨਾਉਂਦੇ ਨੇ ਤੇ ਬਣਾਉਂਦੇ ਨੇ। ਸਾਰੇ ਬੱਚੇ ਭਾਵੇਂ ਸਾਕਾਰ ਰੂਪ ਵਿੱਚ ਸਨਮੁਖ ਹੋਣ, ਭਾਵੇਂ ਆਕਾਰ ਰੂਪ ਵਿੱਚ ਸਨਮੁਖ ਹੋਣ, ਸਭ ਬੱਚੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਬਾਪ ਦੀ ਹੀਰੇ ਸਮਾਨ ਜਯੰਤੀ ਮਨਾ ਰਹੇ ਨੇ। ਬਾਪ ਦਾਦਾ ਆਕਾਰੀ ਰੂਪ ਵਿੱਚ ਸਨਮੁਖ ਬੱਚਿਆਂ ਨੂੰ ਹੀਰੇ ਸਮਾਨ ਜਯੰਤੀ ਦੀ ਹੀਰੇ ਸਮਾਨ ਪਦਮਾ ਪਦਮ ਮੁਬਾਰਕ ਦੇ ਰਹੇ ਨੇ। ਇਹ ਮਹਾਨ ਹੋਣ ਦੀ ਜਯੰਤੀ ਨੂੰ ਸੁਰੀ ਸਾਰੇ ਬੱਚੇ ਮਨਾਉਂਦੇ ਖੁਦ ਵੀ ਹੀਰੇ ਸਮਾਨ ਬਣ ਗਏ ਹੋ। ਇਸ ਨੂੰ ਕਿਹਾ ਜਾਂਦਾ ਹੈ ਮਨਾਉਣਾ, ਮਤਲਬ ਬਣਾਉਣਾ। ਹਰ ਇੱਕ ਬੱਚੇ ਦੇ ਮੱਥੇ ਤੇ ਪਦਮਾ ਪਦਮ ਭਾਗਿਆਵਾਨ ਬਣਨ ਦਾ ਸਿਤਾਰਾ ਚਮਕ ਰਿਹਾ ਹੈ। ਤਾਂ ਮਨਾਉਂਦੇ ਮਨਾਉਂਦੇ ਸਦਾ ਦੇ ਲਈ ਭਾਗਿਆਵਾਨ ਬਣ ਗਏ। ਅਜਿਹੀ ਅਲੌਕਿਕ ਜਯੰਤੀ ਸਾਰੇ ਕਲਪ ਵਿੱਚ ਕੋਈ ਵੀ ਨਹੀਂ ਮਨਾਉਂਦਾ। ਭਾਵੇਂ ਮਹਾਨ ਆਤਮਾ ਦੀ ਜਯੰਤੀ ਮਨਾਉਂਦੇ ਨੇ, ਲੇਕਿਨ ਉਹ ਮਹਾਨ ਆਤਮਾ ਮਨਾਉਣ ਵਾਲਿਆਂ ਨੂੰ ਮਹਾਨ ਬਣਾਉਂਦੀਆਂ ਨਹੀਂ। ਇਸ ਸੰਗਮ ਤੇ ਤੁਸੀਂ ਬੱਚੇ ਪਰਮਾਤਮ ਜਯੰਤੀ ਮਨਾਉਂਦੇ ਹੋ, ਮਹਾਨ ਬਣ ਜਾਂਦੇ ਹੋ, ਸ੍ਰੇਸ਼ਟ ਤੇ ਸ੍ਰੇਸ਼ਟ ਆਤਮਾਵਾਂ ਬਣ ਜਾਂਦੇ ਹੋ। ਐਵੇਂ ਹੀਰੇ ਤਰ੍ਹਾਂ ਜੀਵਨ ਬਣਾਉਂਦੇ ਜੋ ਜਨਮ ਜਨਮਾਂਤਰ ਹੀਰੇ ਤੇ ਰਤਨਾਂ ਨਾਲ ਖੇਲਦੇ ਰਹਿੰਦੇ। ਅੱਜ ਦਾ ਯਾਦਗਾਰ ਦਿਵਸ ਸਿਰਫ ਬਾਪ ਦਾ ਨਹੀਂ, ਪਰ ਬੱਚਿਆਂ ਦਾ ਵੀ ਬਰਥਡੇ ਹੈ, ਕਿਉਂਕਿ ਜਦੋਂ ਬਾਪ ਅਵਤਰਿਤ ਹੁੰਦੇ ਨੇ, ਬਾਪ ਦੇ ਨਾਲ ਨਾਲ ਬ੍ਰਹਮਾ ਦਾਦਾ ਵੀ ਪਰਿਵਰਤਿਤ ਆਤਮਾ ਅਵਤਰਿਤ ਹੁੰਦੇ ਨੇ। ਬਾਪ ਤੇ ਦਾਦਾ ਦੋਹਾਂ ਦਾ ਨਾਲ ਨਾਲ ਅਵਤਰਨ ਹੁੰਦਾ ਹੈ। ਸਿਵਾਏ ਬ੍ਰਾਹਮਣਾਂ ਦੇ ਬਾਪ ਦਾਦਾ ਸਥਾਪਨਾ ਦਾ ਯੱਗ ਰਚ ਨਹੀਂ ਸਕਦੇ। ਇਸ ਲਈ ਬਾਪ ਦਾਦਾ ਤੇ ਬ੍ਰਾਹਮਣ ਬੱਚੇ ਨਾਲ ਨਾਲ ਅਵਤਰਿਤ ਹੁੰਦੇ ਨੇ। ਤਾਂ ਕਿਸ ਦਾ ਜਨਮ ਦਿਨ ਕਹਾਂਗੇ? ਤੁਹਾਡਾ ਜਾਂ ਬਾਪ ਦਾ? ਤੁਹਾਡਾ ਵੀ ਹੈ ਨਾ। ਤੁਸੀਂ ਬਾਪ ਨੂੰ ਮੁਬਾਰਕ ਦਿੰਦੇ, ਬਾਪ ਤੁਹਾਨੂੰ ਮੁਬਾਰਕ ਦਿੰਦੇ। ਸ਼ਿਵ ਜਯੰਤੀ ਮਤਲਬ ਪਰਮਾਤਮ ਜਯੰਤੀ ਨੂੰ ਮਹਾ ਸ਼ਿਵਰਾਤਰੀ ਕਿਉਂ ਕਹਿੰਦੇ ਨੇ? ਸ਼ਿਵ ਸਿਰਫ ਸ਼ਿਵਰਾਤਰੀ ਨਹੀਂ ਕਹਿੰਦੇ, ਲੇਕਿਨ ਮਹਾ ਸ਼ਿਵਰਾਤਰੀ ਕਹਿੰਦੇ ਨੇ, ਕਿਉਂਕਿ ਇਸ ਅਵਤਰਨ ਦਿਵਸ ਤੇ ਸ਼ਿਵ ਬਾਪ ਬ੍ਰਹਮਾ ਦਾਦਾ ਬ੍ਰਾਹਮਣਾਂ ਦੇ ਮਹਾਨ ਸੰਕਲਪ ਦਾ ਵਰਤ ਲਿਆ ਕਿ ਵਿਸ਼ਵ ਨੂੰ ਪਵਿੱਤਰਤਾ ਦੇ ਵਰਤ ਨਾਲ ਮਹਾਨ ਸ੍ਰੇਸ਼ਟਾਚਾਰੀ ਬਣਾਵਾਂਗੇ। ਵਿਸ਼ੇਸ਼ ਆਦਿ ਦੇ ਬ੍ਰਹਮਾ ਆਪਣੇ ਨਿਮਿਤ ਬ੍ਰਾਹਮਣ ਤੇ ਬੱਚਿਆਂ ਨਾਲ ਇਸ ਮਹਾਨ ਵਰਤ ਲੈਣ ਦੇ ਨਿਮਿਤ ਬਣੇ। ਤਾਂ ਮਹਾਨ ਬਣਾਉਣ ਦੇ ਵਰਤ ਲੈਣ ਦਾ ਦਿਵਯ ਦਿਵਸ ਹੈ, ਇਸ ਲਈ ਮਹਾ ਸ਼ਿਵਰਾਤਰੀ ਕਿਹਾ ਜਾਂਦਾ ਹੈ। ਤੁਸੀਂ ਬ੍ਰਾਹਮਣ ਬੱਚਿਆਂ ਨੇ ਮਹਾਨ ਵਰਤ ਲਿਆ। ਇਸ ਦੇ ਯਾਦਗਾਰ ਸਰੂਪ ਅੱਜ ਤੱਕ ਵੀ ਭਗਤ ਲੋਕ ਵਰਤ ਰੱਖਦੇ ਨੇ। ਇਹ ਮਹਾਨ ਜਯੰਤੀ ਪ੍ਰਤਿਗਿਆ ਲੈਣ ਦੀ ਜਯੰਤੀ ਹੈ। ਇੱਕ ਪਾਸੇ ਪ੍ਰਤੱਖ ਹੋਣ ਦੀ ਜਯੰਤੀ ਹੈ, ਦੂਜੇ ਪਾਸੇ ਪ੍ਰਤਿਗਿਆ ਲੈਣ ਦੀ ਜਯੰਤੀ ਹੈ। ਆਦਿ ਸਮੇਂ ਤੇ ਤੁਸੀਂ ਸਾਰੇ ਜੋ ਵੀ ਨਿਮਿਤ ਬਣੇ ਆਦਿ ਦੇਵ ਦੇ ਨਾਲ, ਆਦਿ ਰਤਨ ਨਿਕਲੇ, ਉਹਨਾਂ ਦੀ ਪ੍ਰਤਿਗਿਆ ਦਾ ਪ੍ਰਤੱਖ ਫਲ ਤੁਸੀਂ ਸਾਰੇ ਪ੍ਰਤੱਕਸ਼ ਹੋਏ। ਦੇਖੋ ਕਿੱਥੋਂ ਕਿੱਥੋਂ ਕੋਨਿਆਂ ਵਿੱਚੋਂ ਚਲੇ ਗਏ, ਕਿੰਨੇ ਕੋਨਿਆਂ ਵਿੱਚ ਚਲੇ ਗਏ, ਲੇਕਿਨ ਬਾਪ ਨੇ ਮਿੱਟੀ ਵਿੱਚ ਛਿਪੇ ਹੋਏ ਆਪਣੇ ਹੀਰੇ ਸਮਾਨ ਬੱਚਿਆਂ ਨੂੰ ਲੱਭ ਲਿਆ ਨਾ। ਹੁਣ ਤਾਂ ਵਿਸ਼ਵ ਦੇ ਕੋਨੇ-ਕੋਨੇ ਵਿੱਚ ਤੁਸੀਂ ਹਾਈਐਸਟ ਹੋਲੀਐਸਟ ਹੀਰੇ ਚਮਕ ਰਹੇ ਹੋ। ਇਹ ਪਰਮਾਤਮ ਜਯੰਤੀ ਵਰਤ ਪ੍ਰਤਿਗਿਆ ਦਾ ਫਲ ਹੈ। ਤੁਸੀਂ ਸਭ ਹੁਣੇ ਹੀ ਚਾਰੋਂ ਪਾਸੇ ਸ਼ਿਵ ਬਾਪ ਦੇ ਝੰਡੇ ਦੇ ਅੱਗੇ ਪ੍ਰਤਿਗਿਆ ਲੈਂਦੇ ਹੋ ਨਾ। ਇਹ ਆਦਿ ਰਸਮ ਵਿਧੀ ਹੁਣ ਤੱਕ ਤੁਸੀਂ ਕਰਦੇ ਰਹਿੰਦੇ ਹੋ। ਇਹ ਪਰਮਾਤਮ ਜਯੰਤੀ, ਜਿਸ ਨੂੰ ਸ਼ਿਵਰਾਤਰੀ ਵੀ ਕਹਿੰਦੇ ਨੇ, ਰਾਤਰੀ ਮਤਲਬ ਹਨੇਰਾ। ਹਨੇਰੇ ਵਿੱਚ ਜੋ ਵਿਅਕਤੀ ਜਾਂ ਵਸਤੂ ਜਿਵੇਂ ਦੀ ਹੁੰਦੀ ਹੈ,
ਉਵੇਂ ਦੀ ਵਿਖਾਈ ਨਹੀਂ ਦਿੰਦੀ, ਹੁੰਦੇ ਹੋਏ ਵੀ ਵਿਖਾਈ ਨਹੀਂ ਦਿੰਦੀ। ਜਦੋਂ ਬਾਪ ਅਵਤਰਿਤ ਹੁੰਦੇ ਨੇ, ਤੁਸੀਂ ਵੀ ਜੋ ਤੁਸੀਂ ਹੋ, ਜੋ ਹੋ ਜਿਵੇਂ ਦੇ ਹੋ, ਨਾ ਆਪਣੇ ਆਪ ਨੂੰ ਵੇਖ ਸਕਦੇ, ਨਾ ਬਾਪ ਨੂੰ ਵੇਖਣ ਜਾਂ ਜਾਣ ਸਕਦੇ ਸੀ। ਮੈਂ ਆਤਮਾ ਹਾਂ, ਇਹ ਹੁੰਦੇ ਹੋਏ ਵੀ ਗਿਆਨ ਜਾਂ ਅਨੁਭਵ ਦੇ ਨੇਤਰ ਦੁਆਰਾ ਦੇਖ ਨਹੀਂ ਸਕਦੇ ਸੀ। ਨੇਤਰ ਹੁੰਦੇ ਵੀ ਹਨੇਰ ਵਿੱਚ ਨੇਤਰ ਸਹੀ ਕੰਮ ਨਹੀਂ ਕਰਦੇ ਸੀ, ਸਾਫ਼ ਵਿਖਾਈ ਨਹੀਂ ਦਿੰਦਾ ਸੀ। ਤੁਸੀਂ ਵੀ ਹਨੇਰੇ ਵਿੱਚ ਸੀ ਨਾ, ਆਪਣੇ ਆਪ ਨੂੰ ਨਹੀਂ ਵੇਖ ਸਕਦੇ ਸੀ। ਇਸ ਲਈ ਬਾਪ ਪਹਿਲੇ ਹਨੇਰੇ ਨੂੰ ਮਿਟਾਉਂਦੇ ਨੇ। ਸ਼ਿਵਰਾਤਰੀ ਮਤਲਬ ਹਨੇਰੇ ਨੂੰ ਮਿਟਾ ਕੇ ਅਸਲ ਦਾ ਪ੍ਰਕਾਸ਼ ਪ੍ਰਜਵਲਿਤ ਹੋਣਾ। ਇਸ ਲਈ ਸ਼ਿਵਰਾਤਰੀ ਕਹਿ ਕੇ ਮਨਾਉਂਦੇ ਨੇ। ਭਗਤੀ ਮਾਰਗ ਦੀਆਂ ਵਿਧੀਆਂ ਨੂੰ ਤੁਹਾਡੀ ਅਸਲ ਵਿਧੀ ਦਾ ਯਾਦਗਾਰ ਹੈ। ਇੱਕ ਪਾਸੇ ਭਗਤਾਂ ਦੀ ਵਿਧੀ, ਦੂਜੇ ਪਾਸੇ ਬੱਚਿਆਂ ਦੀ ਸੰਪੂਰਨ ਵਿਧੀ। ਦੋਨਾਂ ਨੂੰ ਵੇਖ ਬਾਪ ਹਰਸ਼ਿਤ ਹੁੰਦੇ ਨੇ, ਤੁਸੀਂ ਲੋਕ ਵੀ ਖੁਸ਼ ਹੁੰਦੇ ਨਾ। ਸਾਡੇ ਭਗਤ ਫਾਲੋ ਕਰਨ ਵਿੱਚ ਕਿੰਨੇ ਹੁਸ਼ਿਆਰ ਨੇ। ਲਾਸਟ ਜਨਮ ਤੱਕ ਵੀ ਆਪਣੀ ਭਗਤੀ ਦੀਆਂ ਵਿਧੀਆਂ ਨਿਭਾਉਂਦੇ ਆਉਂਦੇ ਨੇ। ਇਹ ਸਭ ਹੈ ਬਾਪ ਤੇ ਆਪ ਬਿੰਦੂ ਰੂਪ ਦੀ ਕਮਾਲ। ਸ਼ਿਵ ਬਾਬਾ ਦੇ ਨਾਲ ਸਾਲੀਗ੍ਰਾਮ ਵੀ ਨਾਲ ਨਾਲ ਪੂਜੇ ਜਾਂਦੇ ਨੇ। ਤੁਸੀਂ ਸਾਰੇ ਬਿੰਦੂ ਰੂਪ ਦੇ ਮਹੱਤਵ ਨੂੰ ਜਾਣਦੇ ਹੋ ਨਾ। ਇਸ ਲਈ ਅੱਜ ਤੱਕ ਭਗਤਾਂ ਵਿੱਚ ਸ਼ਿਵ ਮਤਲਬ ਬਿੰਦੂ ਸਰੂਪ ਦਾ ਮਹੱਤਵ ਹੈ। ਉਹ ਸਿਰਫ ਬਿੰਦੂ ਰੂਪ ਨੂੰ ਜਾਣਦੇ ਨੇ, ਪੂਰੀ ਤਰ੍ਹਾਂ ਨਹੀਂ ਜਾਣਦੇ, ਆਪਣੇ ਰੂਪ ਨਾਲ ਜਾਣਦੇ ਨੇ। ਪਰ ਤੁਸੀਂ ਬਾਪ ਨੂੰ ਸਿਰਫ ਬਿੰਦੂ ਰੂਪ ਨਾਲ ਨਹੀਂ, ਪਰ ਬਿੰਦੂ ਦੇ ਨਾਲ ਜੋ ਸਰਵ ਖਜ਼ਾਨਿਆਂ ਦਾ ਸਿੰਧੂ ਹੈ, ਬਿੰਦੂ ਦੇ ਨਾਲ ਸਿੰਧੂ ਰੂਪ ਨੂੰ ਵੀ ਜਾਣਦੇ ਹੋ। ਦੋਨਾਂ ਰੂਪਾਂ ਨਾਲ ਜਾਣਿਆ ਹੈ ਨਾ। ਸਿੰਧੂ ਸਰੂਪ ਨੂੰ ਜਾਣਦੇ ਤੁਸੀਂ ਮਾਸਟਰ ਸਿੰਧੂ ਬਣ ਗਏ। ਤੁਹਾਡੇ ਵਿੱਚ ਕਿੰਨੇ ਖਜ਼ਾਨੇ ਭਰੇ ਹੋਏ, ਹਿਸਾਬ ਲਗਾ ਸਕਦੇ ਹੋ। ਅਣਗਿਣਤ ਅਥਾਹ ਅਵਿਨਾਸ਼ੀ ਖਜ਼ਾਨੇ ਨੇ। ਸਾਰੇ ਮਾਸਟਰ ਸਿੰਧੂ ਬਣੇ ਹੋ ਕਿ ਹੁਣ ਬਣਨਾ ਹੈ। ਤਪੱਸਿਆ ਬਾਰੇ ਵਿੱਚ ਕੀ ਕਰੋਗੇ? ਤਪੱਸਿਆ ਮਤਲਬ ਜੋ ਵੀ ਸੰਕਲਪ ਕਰੋ ਦ੍ਰਿੜਤਾ ਨਾਲ। ਤਪੱਸਿਆ ਮਤਲਬ ਇਕਾਗਰਤਾ ਤੇ ਦ੍ਰਿੜਤਾ। ਯੋਗੀ ਜੀਵਨ ਤਾਂ ਹੁਣ ਵੀ ਹੋ। ਤੁਸੀਂ ਸਭ ਯੋਗੀ ਜੀਵਨ ਵਾਲੇ ਹੋ ਨਾ ਕਿ 8 ਘੰਟਾ 6 ਘੰਟਾ ਜਾਂ ਕੁਝ ਘੰਟੇ ਯੋਗ ਲਗਾਉਣ ਵਾਲੇ। ਯੋਗੀ ਜੀਵਨ ਤਾਂ ਹੈ ਹੀ, ਫਿਰ ਖਾਸ ਤਪੱਸਿਆ ਵਰਿਆ ਕਿਉਂ ਰੱਖਿਆ ਹੈ? ਬਾਪ ਦਾਦਾ ਸਾਰੇ ਬੱਚਿਆਂ ਨੂੰ ਯੋਗੀ ਜੀਵਨ ਵਾਲੀ ਯੋਗੀ ਆਤਮਾਵਾਂ ਦੇ ਰੂਪ ਵਿੱਚ ਵੇਖਦੇ ਨੇ। ਉਹੀ ਯੋਗੀ ਜੀਵਨ ਵਿੱਚ ਦੂਜੀ ਜੀਵਨ ਤਾਂ ਖਤਮ ਹੋ ਗਈ। ਭਟਕੀ ਹੋਈ ਭੋਗੀ ਜੀਵਨ ਤੋਂ ਥੱਕ ਨਿਰਾਸ਼ ਹੋ ਕੇ ਯੋਗੀ ਬਣੇ ਹੋ। ਸੋਚ ਸਮਝ ਕੇ ਬਣੇ ਹੋ ਜਾਂ ਕਿਸੇ ਦੇ ਕਹਿਣ ਤੇ ਬਣ ਗਏ? ਅਨੁਭਵ ਕਰਕੇ ਬਣੇ ਹੋ ਜਾਂ ਸਿਰਫ ਅਨੁਭਵ ਸੁਣ ਕੇ ਬਣ ਗਏ ਹੋ? ਅਨੁਭਵੀ ਬਣ ਕੇ ਯੋਗੀ ਬਣ ਹੋ ਜਾਂ ਸਿਰਫ ਸੁਣਿਆ ਵੇਖਿਆ ਤੇ ਚੰਗਾ ਲੱਗ ਗਿਆ? ਸਿਰਫ ਵੇਖ ਕੇ ਸੌਦਾ ਕੀਤਾ ਜਾਂ ਸੁਣ ਕੇ ਸੌਦਾ ਕੀਤਾ? ਕਿਧਰੇ ਕਿਸੇ ਦੇ ਧੋਖੇ ਵਿੱਚ ਤਾਂ ਨਹੀਂ ਆਏ ਹੋ? ਚੰਗੀ ਤਰ੍ਹਾਂ ਦੇਖ ਲਿਆ ਨਾ। ਹਾਲੇ ਵੀ ਵੇਖ ਲਓ, ਕੋਈ ਜਾਦੂ ਨਹੀਂ ਲੱਗਿਆ। ਤਿੰਨੋਂ ਅੱਖਾਂ ਖੋਲ ਕੇ ਸੌਦਾ ਕੀਤਾ ਹੈ, ਕਿਉਂਕਿ ਬੁੱਧੀ ਵੀ ਅੱਖ ਹੈ ਨਾ। ਇਹ 2 ਅੱਖਾਂ ਤੇ ਬੁੱਧੀ ਦੀ ਅੱਖ, ਤਿੰਨੋਂ ਖੋਲ ਕੇ ਸੌਦਾ ਕੀਤਾ ਹੈ ਨਾ। ਸਾਰੇ ਪੱਕੇ ਹੋ। ਸਾਰੇ ਬੱਚੇ ਮਿੱਠੀ ਮਿੱਠੀ ਰੂਰੇਹਾਨ ਕਰਦੇ ਨੇ, ਕਹਿੰਦੇ ਨੇ ਬਾਬਾ ਹਾਂ ਤਾਂ ਤੁਹਾਡੇ ਹੀ, ਹੋਰ ਕਿਧਰੇ ਤਾਂ ਜਾਵਾਂਗੇ ਵੀ ਨਹੀਂ। ਤੇ ਗਿਆਨੀ ਯੋਗੀ ਜੀਵਨ ਵੀ ਚੰਗੀ ਲੱਗਦੀ, ਪਰ ਥੋੜਾ ਥੋੜਾ ਕਿਸੇ ਨਾ ਕਿਸੇ ਗੱਲ ਵਿੱਚ ਸਹਿਣ ਕਰਨਾ ਪੈਂਦਾ ਹੈ। ਉਸ ਵਕਤ ਮਨ ਤੇ ਬੁੱਧੀ ਹਲਚਲ ਵਿੱਚ ਆ ਜਾਂਦੀ ਹੈ। ਇਹ ਕਦੋਂ ਤੱਕ ਹੋਵੇਗਾ, ਕਿਵੇਂ ਹੋਏਗਾ? ਵਿੱਚੋਂ ਦੀ ਜੋ ਹਲਚਲ ਹੁੰਦੀ, ਭਾਵੇਂ ਆਪਣੇ ਤੋਂ, ਭਾਵੇਂ ਸੇਵਾ ਵਿੱਚ, ਭਾਵੇਂ ਸਾਥੀਆਂ ਨਾਲ, ਇਹ ਹਲਚਲ ਨਿਰੰਤਰ ਵਿੱਚ ਅੰਤਰ ਲੈ ਆਉਂਦੀ ਹੈ। ਸਹਿਣ ਸ਼ਕਤੀ ਦੀ ਪਰਸੈਂਟੇਜ ਥੋੜੀ ਘੱਟ ਹੋ ਜਾਂਦੀ ਹੈ। ਹਨ ਪੱਕੇ, ਲੇਕਿਨ ਪੱਕੇ ਨੂੰ ਵੀ ਕਦੇ ਕਦੇ ਗੱਲਾਂ ਹਿਲਾ ਦਿੰਦੀਆਂ ਨੇ। ਤਪੱਸਿਆ ਵਰੇ ਮਤਲਬ ਸਾਰੇ ਗੁਣਾਂ ਵਿੱਚ, ਸਰਵ ਸ਼ਕਤੀਆਂ ਵਿੱਚ, ਸਰਵ ਸੰਬੰਧਾਂ ਵਿੱਚ, ਸਰਵ ਸੁਭਾਵ ਸੰਸਕਾਰ ਵਿੱਚ 100% ਪਾਸ ਹੋਣਾ। ਹੁਣ ਪਾਸ ਹੋ ਕੇ, ਪਰ ਫੁੱਲ ਪਾਸ ਨਹੀਂ। ਇੱਕ ਪਾਸੇ ਹੈ ਪਾਸ, ਦੂਜਾ ਹੈ ਫੁੱਲ ਪਾਸ, ਤੀਜਾ ਹੈ ਪਾਸਵੀਂ ਓਨਰ। ਤਾਂ ਤਪੱਸਿਆ ਵਰੇ ਵਿੱਚ ਜੇਕਰ ਪਾਸਵੀਂ ਓਨਰ ਘੱਟ ਬਣੇ, ਫੁੱਲ ਪਾਸ ਤਾਂ ਬਣ ਸਕਦੇ ਹੋ। ਫੁੱਲ ਪਾਸ ਹੋਣ ਦੇ ਲਈ ਸਭ ਤੋਂ ਸਹਿਜ ਸਾਧਨ ਹੈ। ਜੋ ਵੀ ਕੋਈ ਪੇਪਰ ਆਉਂਦੇ ਨੇ, ਇਹ ਤਪੱਸਿਆ ਵਰੇ ਵਿੱਚ ਹੀ ਪੇਪਰ ਆਉਣਗੇ, ਐਵੇਂ ਨਹੀਂ ਕਿ ਨਹੀਂ ਆਉਣਗੇ। ਲੇਕਿਨ ਪੇਪਰ ਸਮਝ ਕੇ ਪਾਸ ਕਰੋ। ਗੱਲ ਨੂੰ ਗੱਲ ਨਹੀਂ ਸਮਝੋ, ਪੇਪਰ ਸਮਝੋ। ਪੇਪਰ ਦੇ ਕੁਐਸਚਨ ਦੇ ਵਿਸਤਾਰ ਵਿੱਚ ਨਹੀਂ ਜਾਂਦੇ। ਇਹ ਕਿਉਂ ਆਇਆ, ਕਿਵੇਂ ਆਇਆ, ਕਿਸ ਨੇ ਕੀਤਾ,
ਪਾਸ ਹੋਣ ਦਾ ਸੋਚ ਕੇ ਪੇਪਰ ਨੂੰ ਪਾਸ ਕਰਦੇ ਹੋ ਤਾਂ ਪੇਪਰ ਸਮਝ ਕੇ ਪਾਸ ਕਰੋ। ਇਹ ਕੀ ਹੋ ਗਿਆ? ਅਜਿਹਾ ਹੁੰਦਾ ਹੈ ਕਿ ਜਾਂ ਆਪਣੀ ਕਮਜ਼ੋਰੀ ਵਿੱਚ ਇਹ ਨਹੀਂ ਸੋਚੋ, ਇਹ ਤਾਂ ਹੁੰਦਾ ਹੀ ਹੈ। ਆਪਣੇ ਲਈ ਸੋਚਦੇ ਹੋ, ਇਹ ਤਾਂ ਹੁੰਦਾ ਹੀ ਹੈ। ਐਨਾ ਤਾਂ ਹੋਵੇਗਾ ਹੀ। ਦੂਜਿਆਂ ਦੇ ਲਈ ਸੋਚਦੇ ਹੋ, ਇਹ ਕਿਉਂ ਕੀਤਾ, ਕੀ ਕੀਤਾ। ਇਹਨਾਂ ਸਭ ਗੱਲਾਂ ਨੂੰ ਪੇਪਰ ਸਮਝ ਕੇ ਫੁੱਲ ਪਾਸ ਹੋਣ ਦਾ ਲਕਸ਼ ਰੱਖ ਕੇ ਪਾਸ ਕਰੋ। ਪਾਸ ਹੋਣਾ ਹੈ, ਪਾਸ ਕਰਨਾ ਹੈ ਤੇ ਬਾਪ ਦੇ ਕੋਲ ਰਹਿਣਾ ਹੈ ਤਾਂ ਫੁੱਲ ਪਾਸ ਹੋ ਜਾਵਾਂਗੇ। ਸਮਝਿਆ? ਹੁਣ ਮੈਜੋਰਿਟੀ ਰਿਜ਼ਲਟ ਵਿੱਚ ਵੇਖਿਆ ਜਾਂਦਾ ਹੈ। ਕਈ ਗੱਲਾਂ ਵਿੱਚ ਤਾਂ ਚੰਗੀ ਤਰ੍ਹਾਂ ਪਾਸ ਹੋ ਗਏ ਹੋ। ਸਿਰਫ ਆਪਣੇ ਪੁਰਾਣੇ ਸੁਭਾਵ ਸੰਸਕਾਰ ਜੋ ਕਦੇ-ਕਦੇ ਨਵੇਂ ਜੀਵਨ ਵਿੱਚ ਇਮਰਜ ਹੋ ਜਾਂਦੇ ਨੇ, ਆਪਣੇ ਤੇ ਦੂਜਿਆਂ ਦੇ ਸੁਭਾਵ ਸੰਸਕਾਰ ਦੀ ਟੱਕਰ ਖਾਂਦੇ ਨੇ। ਆਪਣਾ ਕਮਜ਼ੋਰ ਸੰਸਕਾਰ ਦੂਜਿਆਂ ਦੇ ਸੰਸਕਾਰ ਨਾਲ ਟੱਕਰ ਖਾਂਦਾ ਹੈ। ਇਹ ਕਮਜ਼ੋਰੀ ਹਾਲੇ ਵਿਸ਼ੇਸ਼ ਲਕਸ਼ ਤੱਕ ਪਹੁੰਚਣ ਵਿੱਚ ਵਿਘਨ ਪਾਉਂਦੀ ਹੈ। ਫੁੱਲ ਪਾਸ ਦੀ ਬਜਾਏ ਪਾਸ ਮਾਰਕਸ ਦਿਲਾ ਦਿੰਦੀ ਹੈ। ਨਾ ਆਪਣੇ ਸੁਭਾਅ ਸੰਸਕਾਰ ਨੂੰ ਸੰਕਲਪ ਜਾਂ ਕਰਮ ਵਿੱਚ ਲਿਆਓ, ਨਾ ਦੂਜਿਆਂ ਦੇ ਸੁਭਾਅ ਸੰਸਕਾਰ ਨਾਲ ਟੱਕਰ ਖਾਓ। ਦੋਹਾਂ ਵਿੱਚ ਸਹਿਨ ਸ਼ਕਤੀ, ਸਮਾਨ ਦੀ ਸ਼ਕਤੀ ਦੀ ਲੋੜ ਹੈ। ਇਹ ਫੁੱਲ ਪਾਸ ਦੇ ਨੇੜੇ ਲਿਆਉਣ ਨਹੀਂ ਦਿੰਦੀ। ਇਹੀ ਕਾਰਨ ਹੈ ਜੋ ਕਿਧਰੇ ਅਲਬੇਲਾਪਨ, ਕਿਧਰੇ ਆਲਸ ਆ ਜਾਂਦਾ ਹੈ। ਤਪੱਸਿਆ ਵਰੇ ਵਿੱਚ ਮਨ ਬੁੱਧੀ ਨੂੰ ਇਕਾਗਰ ਕਰਨਾ, ਮਤਲਬ ਇੱਕ ਸੰਕਲਪ ਵਿੱਚ ਰਹਿਣਾ, ਮੈਨੂੰ ਫੁੱਲ ਪਾਸ ਹੋਣਾ ਹੀ ਹੈ। ਜੇਕਰ ਮਨ ਬੁੱਧੀ ਜ਼ਰਾ ਵੀ ਵਿਚਲਿਤ ਹੋਵੇ ਦ੍ਰਿੜਤਾ ਨਾਲ, ਫਿਰ ਤੋਂ ਉਸ ਨੂੰ ਇਕਾਗਰ ਕਰੋ। ਕਰਨਾ ਹੀ ਹੈ, ਹੋਣਾ ਹੀ ਹੈ। ਇਹ ਸਭ ਜੋ ਵੀ ਕਮਜ਼ੋਰੀਆਂ ਨੇ, ਉਹਨਾਂ ਨੂੰ ਤਪੱਸਿਆ ਦੀ ਯੋਗ ਅਗਨੀ ਵਿੱਚ ਭਸਮ ਕਰੋ। ਯੋਗ ਅਗਨੀ ਪ੍ਰਜਵਲਿਤ ਹੋ ਗਈ ਹੈ। ਲਗਨ ਦੀ ਅਗਨ ਵਿੱਚ ਹੁਣ ਵੀ ਰਹਿੰਦੇ ਹੋ, ਪਰ ਕਦੇ-ਕਦੇ ਅਗਨੀ ਥੋੜੀ ਜਿਹੀ ਪਰਸੈਂਟੇਜ ਵਿੱਚ ਘੱਟ ਹੋ ਜਾਂਦੀ ਹੈ, ਬੁਝਦੀ ਨਹੀਂ, ਘੱਟ ਹੋ ਜਾਂਦੀ ਹੈ। ਤੇਜ਼ ਅੱਗ ਵਿੱਚ ਜੋ ਚੀਜ਼ ਪਾਓ ਤਾਂ ਪਰਿਵਰਤਨ ਜਾਂ ਭਸਮ ਹੋ ਜਾਂਦੀ ਹੈ। ਪਰਿਵਰਤਨ ਤੇ ਭਸਮ ਕਰਨ ਦੋਹਾਂ ਨੂੰ ਤੇਜ਼ ਅਗਨੀ ਚਾਹੀਦੀ ਹੈ। ਯੋਗ ਅਗਨੀ ਹੈ, ਲਗਨ ਦੀ ਅਗਨੀ ਵੀ ਜਗੀ ਹੋਈ ਹੈ, ਲੇਕਿਨ ਸਦਾ ਹੀ ਤੇਜ਼ ਰਹੇ, ਕਦੇ ਘੱਟ, ਕਦੇ ਤੇਜ਼ ਨਹੀਂ। ਜਿਵੇਂ ਇੱਥੇ ਸਥੂਲ ਅਗਨੀ ਵਿੱਚ ਜੇਕਰ ਕੋਈ ਚੰਗੀ ਚੀਜ਼ ਬਣਾਉਣਾ ਚਾਹੁੰਦੇ ਹੋ, ਟਾਈਮ ਤੇ ਬਣਾਉਣਾ ਚਾਹੁੰਦੇ ਹੋ, ਤਾਂ ਅਗਨੀ ਨੂੰ ਉਸ ਰੂਪ ਵਿੱਚ ਰੱਖੋਗੇ ਜੋ ਚੀਜ਼ ਸਮੇਂ ਤੇ ਚੰਗੀ ਤਿਆਰ ਹੋ ਜਾਵੇ। ਜੇਕਰ ਵਿੱਚੋਂ ਅੱਗ ਹੀ ਬੁਝ ਜਾਵੇ ਤਾਂ ਕੀ ਸਮੇਂ ਤੇ ਚੀਜ਼ ਤਿਆਰ ਹੋ ਸਕੇਗੀ? ਭਾਵੇਂ ਤਿਆਰ ਹੋਏਗੀ ਪਰ ਸਮੇਂ ਤੇ ਨਹੀਂ। ਤੁਹਾਡੀ ਯੋਗ ਅਗਨੀ ਵੀ ਵਿੱਚੋਂ ਢਿੱਲੀ ਹੋ ਜਾਂਦੀ ਹੈ ਤਾਂ ਸੰਪੰਨ ਬਣਾਂਗੇ, ਲੇਕਿਨ ਲਾਸਟ ਵਿੱਚ ਬਣਾਂਗੇ। ਲਾਸਟ ਵਿੱਚ ਸੰਪੰਨ ਬਣਨ ਵਾਲਿਆਂ ਨੂੰ ਫਸਟ ਤੇ ਫਾਸਟ ਰਾਜ ਭਾਗ ਦਾ ਅਧਿਕਾਰ ਨਹੀਂ ਮਿਲ ਸਕਦਾ। ਤੁਹਾਡਾ ਸਭ ਦਾ ਲਕਸ਼ ਫਸਟ ਜਨਮ ਵਿੱਚ ਰਾਜ ਭਾਗ ਕਰਨ ਦਾ ਹੈ ਜਾਂ ਦੂਜੇ ਤੀਜੇ ਜਨਮ ਵਿੱਚ ਆਓਗੇ? ਪਹਿਲੇ ਜਨਮ ਵਿੱਚ ਆਉਣਾ ਹੈ ਨਾ। ਤਪੱਸਿਆ ਵਰੇ ਮਤਲਬ ਫਾਸਟ ਪੁਰਸ਼ਾਰਥ ਕਰ ਫਸਟ ਜਨਮ ਵਿੱਚ ਫਸਟ ਨੰਬਰ ਆਤਮਾਵਾਂ ਦੇ ਨਾਲ ਰਾਜ ਵਿੱਚ ਆਣਾ, ਘਰ ਵਿੱਚ ਚੱਲਣਾ ਹੈ ਨਾ। ਫਿਰ ਰਾਜ ਵਿੱਚ ਬ੍ਰਹਮਾ ਬਾਪ ਦੇ ਨਾਲ ਆਣਾ ਹੈ। ਸਮਝਿਆ? ਤਪੱਸਿਆ ਵਰੇ ਕਿਉਂ ਨਾ ਰੱਖਿਆ ਹੈ? ਇਕਾਗਰਤਾ ਦੀ ਸ਼ਕਤੀ ਨੂੰ ਵਧਾਓ। ਹਾਲੇ ਨਾ ਚਾਹੁੰਦੇ ਵੀ ਵਿਅਰਥ ਚਲਾ ਜਾਂਦਾ ਹੈ। ਵਿਅਰਥ ਦੇ ਵੱਲ ਕਿਸੇ ਕਿਸੇ ਸਮੇਂ ਸ਼ੁੱਧ ਸ੍ਰੇਸ਼ਟ ਤੋਂ ਭਾਰੀ ਹੋ ਜਾਂਦਾ ਹੈ। ਤਪੱਸਿਆ ਮਤਲਬ ਵਿਅਰਥ ਸੰਕਲਪਾਂ ਦੀ ਸਮਾਪਤੀ, ਕਿਉਂਕਿ ਇਹ ਸਮਾਪਤੀ ਹੀ ਸੰਪੂਰਨਤਾ ਨੂੰ ਲਿਆਏਗੀ। ਸਮਾਪਤੀ ਦੇ ਬਿਨਾਂ ਸੰਪੂਰਨਤਾ ਨਹੀਂ ਆਏਗੀ। ਤਾਂ ਅੱਜ ਦੇ ਦਿਨ ਤੋਂ ਤਪੱਸਿਆ ਵਰੇ ਸ਼ੁਰੂ ਕਰ ਰਹੇ ਹਾਂ। ਉਮੰਗ ਉਤਸ਼ਾਹ ਦੇ ਲਈ ਬਾਪ ਦਾਦਾ ਮੁਬਾਰਕ ਦਿੰਦੇ ਨੇ। ਚਾਰੋਂ ਹੀ ਸਬਜੈਕਟ ਵਿੱਚ ਫੁੱਲ ਪਾਸ ਹੋਣ ਦੇ ਲਈ ਮਾਰਕਸ ਲੈਣੀ ਹੈ। ਐਵੇਂ ਨਹੀਂ ਸਮਝਣਾ 3 ਸਬਜੈਕਟਾਂ ਵਿੱਚ ਤਾਂ ਠੀਕ ਹਾਂ, ਸਿਰਫ ਇੱਕ ਵਿੱਚ ਹੀ ਕਮੀ ਹੈ ਨਾ, ਫੁੱਲ ਪਾਸ ਹੋ ਜਾਓਗੇ? ਨਹੀਂ, ਫਿਰ ਵੀ ਪਾਸ ਦੀ ਲਿਸਟ ਵਿੱਚ ਆਓਗੇ। ਫੁੱਲ ਪਾਸ ਮਤਲਬ ਚਾਰੋਂ ਸਬਜੈਕਟ ਵਿੱਚ ਫੁੱਲ ਮਾਰਕਸ ਹੋਣ। ਸਦਾ ਹਰ ਆਤਮਾ ਦੇ ਪ੍ਰਤੀ ਕਲਿਆਣ ਦੀ ਭਾਵਨਾ, ਭਾਵੇਂ ਉਹ ਤੁਹਾਡੀ ਸਥਿਤੀ ਨੂੰ ਹਿਲਾਉਣ ਦੀ ਕੋਸ਼ਿਸ਼ ਕਰਨ, ਲੇਕਿਨ ਆ ਕਲਿਆਣ ਕਰਨ ਵਾਲਿਆਂ ਦੇ ਉੱਪਰ ਵੀ ਕਲਿਆਣ ਦੀ ਭਾਵਨਾ, ਕਲਿਆਣ ਦੀ ਦ੍ਰਿਸ਼ਟੀ, ਕਲਿਆਣ ਦੀ ਵ੍ਰਿੱਤੀ, ਕਲਿਆਣਮय ਕ੍ਰਿਤੀ, ਇਸ ਨੂੰ ਕਿਹਾ ਜਾਂਦਾ ਹੈ ਕਲਿਆਣਕਾਰੀ ਆਤਮਾ। ਸ਼ਿਵ ਦਾ ਅਰਥ ਹੈ ਕਲਿਆਣਕਾਰੀ, ਤਾਂ ਸ਼ਿਵ ਜਯੰਤੀ ਮਤਲਬ ਕਲਿਆਣਕਾਰੀ ਭਾਵਨਾ। ਕਲਿਆਣ ਕਰਨ ਵਾਲਿਆਂ ਦੇ ਉੱਪਰ ਕਲਿਆਣ ਕਰਨਾ, ਇਹ ਤਾਂ ਗਿਆਨੀ ਵੀ ਕਰਦੇ ਨੇ। ਚੰਗੇ ਦੇ ਨਾਲ ਚੰਗਾ ਚੱਲਣਾ ਇਹ ਸਾਰੇ ਜਾਣਦੇ ਨੇ, ਲੇਕਿਨ ਆ ਕਲਿਆਣ ਦੀ ਵ੍ਰਿੱਤੀ ਵਾਲੇ ਨੂੰ ਆਪਣੇ ਕਲਿਆਣ ਦੀ ਵ੍ਰਿੱਤੀ ਨਾਲ ਪਰਿਵਰਤਨ ਕਰੋ ਜਾਂ क्षमा ਕਰੋ।
परिवर्तन ना भी कर सकते, माफ तो कर सकते हो ना। मास्टर माफी दे सागर तो हो ना। तुहाडी माफी उस आत्मा दे लई सिੱਖਿਆ हो जाएगी। अजकल सिੱਖਿਆ देण नाल कोई नहीं समझता। ये करो तो ये सिੱਖਿਆ हो जाएगी। माफी मतलब शुभ भावना दिया दुआवां देना, सहयोग देना। सिੱਖਿਆ देण दा समय हुण चला गया। हुण स्नेह दिओ, सम्मान दिओ, माफ करो, शुभ भावना रखो, शुभकामना रखो। यही सिੱਖਿਆ दी विधि है। वो विधि हुण पुरानी हो गई, हुण नवीं विधि आउंदी है ना। तपस्या बारे इस नवीं विधि नाल सब नूं नेड़े लियाओ। सुनाया सी ना, दाने कुछ तैयार तो हो गए, लेकिन माला हले तैयार नहीं है। धागा भी है, दाने भी है, लेकिन दाना दाने के नेड़े नहीं, इसलिए माला तैयार नहीं है। अपने तरीके नाल दाना तैयार है, लेकिन संगठन भी समीपता विच तैयार नहीं है। ता तपस्या बारे बाप समानता बनना ही है, लेकिन दाना दाने के नेड़े भी आना है। समझा? बाकी योगी हो, योगी ने सदा योगी जीवन विच ही रहना है। ड्रामा दे हर सीन नूं न्यारे प्यारे बन वेखदे चलो। ड्रामा दी हर सीन प्यारी है। दुनिया दे लई जो अप्यारी सीन है वो भी तुहाडे लई प्यारी है। जो भी हुंदा है उस विच कोई ना कोई राज भरिया हुंदा है। राज नूं जानन नाल कदे किसी गल विच, कदे दृश्य विच नाराज नहीं होवांगे। राज नूं जानन वाले नाराज नहीं हुंदे, राज नूं ना जानन वाले नाराज हुंदे ने। डबल विदेशी भी इस बारी टाइम ते पहुंच गए ने। दृढ़ निश्चय रखिया जाना ही है तो पहुंच गए ना। जाइए या ना जाइए ये सोचन वाले रह गए। हाले तो ये कुछ भी नहीं, हाले तो होना है। हाले प्रकृति ने फुल फोर्स दी हलचल शुरू नहीं की, करती है, लेकिन फिर तुहानू लोगों नू वेख के थोड़ा ठंडा हो जाती है। वो भी डर जाती, मेरे मालिक तैयार नहीं। किस दी दासी बने, निर्भय होना, डरन वाले तो नहीं होना। लोकी डरदे ने मरन तो, तुसी तो हो ही मरे हुए। पुरानी दुनिया तो मरे हुए हो ना, नवी दुनिया विच जिउंदे हो। पुरानी दुनिया तो मरे हुए हो, मरे हुए नू मरन तो की डर लगेगा। होर ट्रस्टी होना। जेकर कोई भी मेरापन होवेगा, माया बिल्ली म्याऊं म्याऊं करेगी, म्याऊं म्याऊं। तुसी तो हो ही ट्रस्टी, शरीर भी मेरा नहीं। लोकां नू मरन दा फिकर हुंदा है या चीज़ां दा, परिवारां दा फिकर हुंदा है। तुसी तो हो ही ट्रस्टी, न्यारे होना। कि थोड़ा थोड़ा लगाव है, बॉडी कॉन्शियस हो कि थोड़ा थोड़ा लगाव है। इसलिए तपस्या मतलब ज्वाला स्वरूप निर्भय। अच्छा, दोवें मुरब्बी दादियां सुन रही ने, वेख रही ने। कुछ नवीनता वेखनी चाहिए है ना। बाप दादा ने पहले भी सुनाया। एक है वाणी दी सेवा, दूजी है फरिश्ता मूरत, शक्तिशाली स्नेहमय दृष्टि दी सेवा। कुछ समय इन्हां नूं इह सेवा दा पाठ मिलिया होया है। आदि तो वाणी ते कर्म दी सेवा तां करदियां ही रहियां। इस विधि दी सेवा दा यही ड्रामा विच है। अंत विच यही सेवा रह जाएगी। ये पाठ थोड़े समय दे लई इन्हां नूं मिलिया है, फिर भी मुरब्बी बच्चे ने ना। इन्हां दे हिसाब किताब चुकतू होण विच भी सेवा है। निमित हिसाब है, लेकिन राज सेवा दा है। बेखत दे खेल विच ये भी एक वंडरफुल खेल है। दोहां दा पाठ नवीनता है। ये जल्दी जल्दी हिसाब किताब चुकतू कर संपन्नता संपूर्णता दे नेड़े जा रही ने। कल्ले नहीं जान गया, ये कोई नहीं। सोचो, हर एक नूं चुकतू तां करना ही है, लेकिन कोई सिर्फ चुकतू करता है, कोई चुकतू करते दी सेवा करते ने। सारे विजयी बन गए हो ना। सब दियां दुआवां दी दवा सूली तो कंडा कर देंदी है। हिसाब किताब दे प्रभाव विच नहीं आई, दोनों ठीक हो गई। सिर्फ परहेज विच, रेस्ट भी परहेज है, जिवें खान विच परहेज हुंदी है। ये फिर चलन फिरन बोलन दी परहेज है। स्नेह की नहीं कर सकदा। कहावत है, स्नेह पत्थर नूं पानी कर दिंदा है। ये बीमारी नहीं बदल सकदा। बदल तां गई ना, हार्ट दी बीमारी बदल गई, पत्थर तो पानी हो गया ना। ये तुहाडे सारियां दा प्यार है। बाकी हुण सिर्फ पानी रह गया, पत्थर खत्म हो गया। रेस्ट विच रहन कारण दोनों दे चेहरे चमक रहे ने। परिवार दा प्यार भी बहुत मदद दिंदा है। अच्छा, चारों पासों दे सर्व विश्व कल्याण दी श्रेष्ठ भावना रखन वाले
ਚਾਰੋਂ ਪਾਸੋਂ ਦੇ ਅਜਿਹੇ ਦ੍ਰਿੜ ਸੰਕਲਪ ਕਰਨ ਵਾਲੇ, ਤਪੱਸਿਆ ਦੁਆਰਾ ਖੁਦ ਨੂੰ ਵਿਸ਼ਵ ਨੂੰ ਪਰਿਵਰਤਨ ਕਰਨ ਵਾਲੇ, ਇਕਾਗਰਤਾ ਦੀ ਸ਼ਕਤੀ ਨਾਲ ਇੱਕ ਰਸ ਤੀਵਰ ਸਥਿਤੀ ਵਿੱਚ ਰਹਿਣ ਵਾਲੇ ਅਜਿਹੀ ਤਪਸਵੀ ਆਤਮਾਵਾਂ ਨੂੰ, ਸਨੇਹੀ ਆਤਮਾਵਾਂ ਨੂੰ, ਸਦਾ ਬਾਪ ਦੇ ਨਾਲ ਰਹਿਣ ਵਾਲੀ ਆਤਮਾਵਾਂ ਨੂੰ, ਸਦਾ ਵੱਖ-ਵੱਖ ਤਰੀਕੇ ਨਾਲ ਸੇਵਾ ਵਿੱਚ ਸਾਥੀ ਬਣਨ ਵਾਲੇ ਬੱਚਿਆਂ ਨੂੰ ਮਹਾ ਪਰਮਾਤਮ ਜਯੰਤੀ ਦੀ ਮੁਬਾਰਕ ਯਾਦ ਪਿਆਰ ਸਵੀਕਾਰ ਤੇ ਨਾਲ-ਨਾਲ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਵਰਦਾਨ ਹੈ ਸਮੇਂ ਤੇ परिस्थिति प्रमाण अपनी श्रेष्ठ स्थिति बनाने वाले अष्ट शक्ति संपन्न भव। जो बच्चे अष्ट शक्तियां नाल संपन्न ने ਉਹ ਹਰ ਕਰਮ ਵਿੱਚ ਸਮੇਂ ਅਨੁਸਾਰ ਹਰ ਸ਼ਕਤੀ ਨੂੰ ਕੰਮ ਵਿੱਚ ਲਗਾਉਂਦੇ ਨੇ। ਉਹਨਾਂ ਨੂੰ ਅਸ਼ਟ ਸ਼ਕਤੀਆਂ ਅਸ਼ਟ ਰਤਨ ਬਣਾ ਦਿੰਦੀਆਂ ਨੇ। ਅਜਿਹੀ ਅਸ਼ਟ ਸ਼ਕਤੀ ਸੰਪੰਨ ਆਤਮਾਵਾਂ ਜਿਨ੍ਹਾਂ ਦਾ ਸਮੇਂ ਜਿਵੇਂ ਦੀ ਪਰਿਸਥਿਤੀ ਉਵੇਂ ਦੀ ਸਥਿਤੀ ਸਹਿਜ ਬਣਾ ਦਿੰਦੀ ਹੈ, ਉਹਨਾਂ ਦੇ ਹਰ ਕਦਮ ਵਿੱਚ ਸਫਲਤਾ ਸਮਾਈ ਰਹਿੰਦੀ ਹੈ। ਕੋਈ ਵੀ ਪਰਿਸਥਿਤੀ ਉਹਨਾਂ ਨੂੰ ਸ੍ਰੇਸ਼ਟ ਸਥਿਤੀ ਤੋਂ ਹੇਠਾਂ ਨਹੀਂ ਉਤਾਰ ਸਕਦੀ। ਸਲੋਗਨ ਹੈ ਜੋ ਕਰਮ ਅਸੀਂ ਕਰਾਂਗੇ ਸਾਨੂੰ ਵੇਖ ਹੋਰ ਕਰਨਗੇ। ਇਹ ਸਲੋਗਨ ਸਦਾ ਸਮ੍ਰਿਤੀ ਵਿੱਚ ਰਹੇ ਤਾਂ ਕਰਮ ਸ੍ਰੇਸ਼ਟ ਹੋ ਜਾਣਗੇ। ਜੋ ਕਰਮ ਅਸੀਂ ਕਰਾਂਗੇ ਸਾਨੂੰ ਵੇਖ ਹੋਰ ਕਰਨਗੇ। ਇਹ ਸਲੋਗਨ ਸਦਾ ਸਮ੍ਰਿਤੀ ਵਿੱਚ ਰਹੇ ਤਾਂ ਕਰਮ ਸ੍ਰੇਸ਼ਟ ਹੋ ਜਾਣਗੇ। ਅੱਛਾ, ਓਮ ਸ਼ਾਂਤੀ।